राम सो जोगी केवल नह काम। परचे राम रवे जो कोई, पारस परसे दुबदा न होई एक रहाओ। सो मुन मन की दुबदा खाए, बिन द्वारे त्रै लोक समाए। मन का सुभाव सब कोई करे, करता होए सो अनपै रहे। फल कारण फूली बन राय, फल लागा तब फूल बुलाए। ज्ञाने कारण कर्म अभ्यास, ज्ञान भया तो कर्मै नास। कृत कारण दद मथे सियाण, जीवत मुक्त सदा निर्वाण। कह रविदास परम बैराग, हृदय राम की न जपस अपाग। तुसी इस शब्द की व्याख्या सुनी होएगी, पढ़ी होएगी। संकेत व्याख्या करके इस शब्द की अगे चलांगे। सतगुर किवें बख्शिश करते हैं। ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਤਾਂ ਉਸ ਦਾ ਮਨ ਪ੍ਰਭੂ ਵਿੱਚ ਪਰਚੇ ਆਉਂਦਾ ਹੈ। ਜਦੋਂ ਪਾਰਸ ਪ੍ਰਭੂ ਉਸ ਨੂੰ ਛੂੰਹਦਾ ਹੈ, ਉਹ ਮਨ ਸੋਨਾ ਹੋ ਜਾਂਦਾ ਹੈ ਤੇ ਉਸ ਦੀ ਮੇਰ ਤੇ ਮੁੱਕ ਜਾਂਦੀ ਹੈ। ਰਾਹ ਦੀ ਪੰਕਤੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿਵੇਂ? ਪਰ ਪਾਰਸ ਪ੍ਰਭੂ ਦੇ ਚਰਨ ਸੋਹਣੇ ਸੌਖਾ ਕੰਮ ਨਹੀਂ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ ਤੇ ਉਸ ਨੂੰ ਵੇਖਣ ਤੋਂ ਬਿਨਾਂ ਉਸ ਪਾਰਸ ਪ੍ਰਭੂ ਦੇ ਚਰਨ ਛੂਹਣ ਦੀ ਤਾਂਘ ਪੈਦਾ ਨਹੀਂ ਹੁੰਦੀ। ਦਿਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ ਤੇ ਇਹ ਜੋ ਕੁਝ ਹੈ ਦਿਸਦਾ, ਇਹ ਸਭ ਨਾਸ਼ ਹੋ ਜਾਣ ਵਾਲਾ ਹੈ। ਜੋ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਪ੍ਰਭੂ ਦਾ ਨਾਮ ਜਪਦਾ ਹੈ, ਸਿਰਫ ਉਹੀ ਅਸਲ ਜੋਗੀ ਹੈ। ਉਹ ਕਾਮ ਵਾਸਨਾ ਰਹਿਤ ਹੋ ਜਾਂਦਾ ਹੈ। ਨਾਮ ਸਿਮਰਨ ਵਾਲਾ ਉਹ ਮਨੁੱਖ ਅਸਲ ਰਿਸ਼ੀ ਹੈ। ਉਹ ਨਾਮ ਦੀ ਬਰਕਤ ਨਾਲ ਆਪਣੇ ਮਨ ਦੀ ਤੇਰ ਮੇਰ ਮਿਟਾ ਲੈਂਦਾ ਤੇ ਉਸ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ, ਜਿਸ ਦਾ ਕੋਈ ਖਾਸ ਸਰੀਰ ਨਹੀਂ। ਜਗਤ ਵਿੱਚ ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਅ ਵਰਤਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ ਨਾਮ ਦੀ ਬਰਕਤ ਨਾਲ ਕਰਤਾਰ ਦਾ ਰੂਪ ਹੋ ਜਾਂਦਾ ਹੈ, ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਖੁਦ ਭਗਵਾਨ ਹੋ ਜਾਂਦਾ ਹੈ। ਉਸ ਅਵਸਥਾ ਵਿੱਚ ਟਿਕਿਆ ਰਹਿੰਦਾ ਜਿੱਥੇ ਕੋਈ ਡਰ ਭਾਵ ਨਹੀਂ। ਜਗਤ ਦੀ ਸਾਰੀ ਬਨਸਪਤੀ ਫਲ ਦੇਣ ਦੀ ਖਾਤਰ ਖਿੜਦੀ ਹੈ। ਜਦੋਂ ਫਲ ਲੱਗਦਾ ਹੈ, ਫੁੱਲ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਦੁਨੀਆ ਦੇ ਰੋਜ਼ਾਨਾ ਕਿਰਤਕਾਰ ਗਿਆਨ ਦੀ ਖਾਤਰ ਹੈ, ਪ੍ਰਭੂ ਵਿੱਚ ਪਰਚਣ ਲਈ ਉੱਚ ਜੀਵਨ ਦੀ ਸੂਝ ਲਈ ਹੈ। ਜਦੋਂ ਉੱਚ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿੱਚ ਉਪੜ ਕੇ ਕਿਰਤਕਾਰ ਦਾ ਮਾਇਕ ਉਦਮਾਂ ਦਾ ਮੋਹ ਮਿਟ ਜਾਂਦਾ ਹੈ। ਤਾਂ ਸਤਿਗੁਰੂ ਵਿਖਿਆਨ ਕਰਦੇ ਹਨ, ਜਿਵੇਂ ਸਿਆਣੀ ਇਸਤਰੀ ਘਿਓ ਦੀ ਖਾਤਰ ਦਹੀਂ ਰਿੜਕਦੀ ਹੈ, ਤਿਵੇਂ ਮਨੁੱਖ ਨਾਮ ਜਪ ਕੇ ਪ੍ਰਭੂ ਚਰਨਾਂ ਵਿੱਚ ਪਰਚਦਾ ਹੈ। ਉਹ ਜਾਣਦਾ ਕਿ ਦੁਨੀਆ ਦੀ ਜੀਵਨ ਨਿਰਵਾਹ, ਦੁਨੀਆ ਦੀ ਕਿਰਤਕਾਰ ਪ੍ਰਭੂ ਚਰਨਾਂ ਵਿੱਚ ਜੁੜਨ ਵਾਸਤੇ ਹੀ ਹੈ। ਸੋ ਉਹ ਮਨੁੱਖ ਨਾਮ ਦੀ ਬਰਕਤ ਨਾਲ ਮਾਂ ਦੀ ਕਿਰਤਕਾਰ ਕਰਦਾ ਹੋਇਆ ਹੀ ਮੁਕਤ ਹੋ ਜਾਂਦਾ ਹੈ ਤੇ ਸਦਾ ਵਾਸ਼ਨਾ ਰਹਿਤ ਰਹਿੰਦਾ ਹੈ। ਸਭ ਸਤਿਗੁਰੂ ਰਵਿਦਾਸ ਜੀਓ ਉੱਚੇ ਬੈਰਾਗ ਦੀ ਇਹ ਵਿਧੀ ਸਮਝਾਉਂਦੇ ਹਨ ਕਿ ਹੇ ਭਾਗਹੀਣ, ਪ੍ਰਭੂ ਤੇਰੇ ਹਿਰਦੇ ਵਿੱਚ ਹੀ ਹੈ, ਜੋ ਕਿ ਹੱਥੋਂ ਵੀ ਨੇੜੇ ਹੈ। ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ਤੇ ਯਾਦ ਕਰਵਾਉਂਦੇ ਸਨ ਸਭ ਸਤਿਗੁਰੂ ਰਵਿਦਾਸ ਜੀਓ ਕਿ ਉਹ ਹੈ ਕੀ। ਸਭ ਸਤਿਗੁਰੂ ਰਵਿਦਾਸ ਜੀ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਸ਼ੁੱਧ ਸਰੂਪ ਦੀ ਤਸਵੀਰ ਦਸਾਈ ਹੈ ਤੇ ਇਸ ਦਾ ਮੁੱਖ ਕਾਰਨ ਗਿਆਨ ਕਰਮ ਵਿਕਰਮ ਹੈ। ਗਿਆਨ ਹਾਸਲ ਕਰਨ ਵਾਲਾ ਕਰਤਾ ਗਿਆਨ ਦੀ ਖਾਤਰ, ਪ੍ਰਭੂ ਵਿੱਚ ਪਰਚਣ ਦੀ ਖਾਤਰ, ਉੱਚੇ ਜੀਵਨ ਦੀ ਸੂਝ-ਬੂਝ ਖਾਤਰ, ਉੱਚੇ ਜੀਵਨ ਦੀ ਸੂਝ ਵਾਸਤੇ ਜੀਵਨ ਦਾ ਸਹੀ ਰਸਤਾ ਲੱਭਣ ਲਈ ਨਿਰਭੈ ਰਹੇ, ਨਿਡਰ ਰਹੇ। ਗਿਆਨ ਪ੍ਰਾਪਤ ਕਰਕੇ ਅਡੋਲ ਰਹਿਣ ਦੀ ਅਵਸਥਾ ਦਾ ਵਿਖਿਆਨ ਸਤਿਗੁਰ ਕਰ ਰਹੇ ਹਨ, ਜਿਸ ਅਵਸਥਾ ਵਿੱਚ ਅਭੇਦ ਹੋਣ ਲਈ ਕਰਮ ਕਾਰਨ ਹੈ। ਜਿਵੇਂ ਸਤਿਗੁਰੂ ਸੋਝੀ ਕਰਵਾਉਂਦੇ ਹਨ, ਬਿਨ ਦੁਆਰੇ, ਜਿਸ ਪ੍ਰਭੂ ਦਾ 10 ਦੁਆਰਿਆਂ ਵਾਲਾ ਸਰੀਰ ਨਹੀਂ ਹੈ, ਉਸਦਾ ਕੋਈ ਰੂਪ ਨਹੀਂ ਹੈ, ਉਸਦਾ ਕੋਈ ਸਰੀਰ ਨਹੀਂ ਹੈ, ਉਸਦਾ ਕੋਈ ਸਰੂਪ ਨਹੀਂ ਹੈ, ਅਰੂਪ ਹੈ, ਅਨੂਪ ਹੈ। ਪਰ ਸਤਿਗੁਰੂ ਨੇ ਸ਼ਰਤ ਇਹ ਲਾਈ ਹੈ, ਕਰਤਾ ਹੋਏ ਸੋ ਅਨਪੈ ਰਹੇ ਤੇ ਰਹੇ ਵੀ ਨਿਸ਼ਕਾਮ। ਕਿਸੇ ਕਿਸਮ ਦੀ ਵਾਸ਼ਨਾ ਨਾ ਰਹੇ ਮਨ ਵਿੱਚ, ਵਾਸ਼ਨਾ ਰਹਿਤ ਹੋਵੇ, ਦੁਬਿਧਾ ਮਨ ਵਿੱਚ ਨਾ ਹੋਵੇ, ਦੁਚਿਤੀ ਨਾ ਰਹੇ ਮਨ ਵਿੱਚ। ਤੇ ਜਦ ਇਸ ਦੁਬਿਧਾ ਦੀ ਸਮਾਪਤੀ ਹੁੰਦੀ ਹੈ ਤੇ ਫਿਰ ਅਦ੍ਰਿਸ਼ਟ ਦਾ ਗਿਆਨ ਪਾ ਲਿਆ ਜਾਂਦਾ ਹੈ। ਧਿਆਨ ਜਗਾ ਰਹੇ ਹਨ ਜਗਿਆਸੂ ਦਾ ਸਤਿਗੁਰੂ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ। ਗਿਆਨੇ ਕਾਰਨ ਕਰਮ ਅਭਿਆਸ। ਤੁਸੀਂ ਜਰਾ ਸੋਚੋ, ਗਿਆਨ ਦੀ ਖਾਤਰ ਸਕੂਲ ਹਨ, ਕਾਲਜ ਤੇ ਯੂਨੀਵਰਸਿਟੀਆਂ ਹਨ। ਗਿਆਨ ਹਾਸਲ ਕਰਨ ਲਈ ਸਮੇਂ ਦੀ ਵੀ ਲੋੜ ਪੈਂਦੀ ਹੈ। ਪਰ ਜਿਸ ਗਿਆਨ ਦੀ ਸਤਿਗੁਰੂ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ, ਗਿਆਨ ਦੇ ਰਹੇ ਹਨ, ਉਹ ਜੋ ਅਕਥ ਹੈ,
ਇਹ ਗਿਆਨ ਹੱਥ ਤੋਂ ਵੀ ਨੇੜੇ ਹੈ। ਅਕਥ ਦੀ ਕਥਾ ਕਰਦੇ ਤੇ ਤੱਤ ਫਟ ਹਾਸਲ ਹੋ ਜਾਂਦਾ ਹੈ। ਤੁਸੀਂ ਜਰਾ ਸੋਚੋ, ਜਿਵੇਂ ਡਰਾਈਵਿੰਗ ਦੀ ਸਿਖਲਾਈ ਵਾਸਤੇ ਅਸੀਂ ਕਾਰ ਦੀ ਵਰਤੋਂ ਕਰਦੇ ਹਾਂ, ਨਾਲ ਟੀਚਰ ਬੈਠਦਾ ਹੈ। ਸਮੇਂ ਦੀ ਲੋੜ ਹੈ, ਕਾਰਨ ਹੈ ਡਰਾਈਵਿੰਗ ਸਿੱਖਣਾ। ਜਿਵੇਂ ਇਮਤਿਹਾਨ ਪਾਸ ਕਰਨ ਲਈ ਸਾਲ ਭਰ ਕਲਾਸ ਵਿੱਚ ਬੈਠਦੇ ਹਾਂ, ਨਾਲ ਟੀਚਰ ਬੈਠਦਾ ਹੈ, ਕਾਰਨ ਹੈ ਇਹ। ਇਮਤਿਹਾਨ ਪਾਸ ਕਰ ਲਿਆ ਇੱਕ ਵਾਰ, ਫਿਰ ਦੁਬਾਰਾ ਉਸੇ ਕਾਲਜ ਵਿੱਚ ਨਹੀਂ ਬੈਠਿਆ ਜਾਂਦਾ, ਕਾਰਨ ਹੈ ਕਿਉਂਕਿ ਤੁਸੀਂ ਪਾਸ ਹੋ ਗਏ, ਫਿਰ ਉਸੇ ਇਮਤਿਹਾਨ ਦੇ ਵਿੱਚ ਬੈਠਣ ਦੀ ਲੋੜ ਵੀ ਕੀ ਨਹੀਂ, ਲੋੜ ਰਹਿ ਜਾਂਦੀ। ਇਸ ਕਰਕੇ ਸਤਿਗੁਰੂ ਕਹਿੰਦੇ ਗਿਆਨ ਨੇ ਕਾਰਨ ਕਰਮ ਅਭਿਆਸ, ਗਿਆਨ ਭੈ ਤੋਂ ਕਰਮੋ ਨਾਸ। ਸਤਿਗੁਰੂ ਉਸ ਦਾ ਗਿਆਨ ਦੇ ਰਹੇ ਹਨ ਜਿਹੜਾ ਦਿਸਦਾ ਨਹੀਂ, ਪਰ ਦੇਖੇ ਬਿਨਾਂ ਯਕੀਨ ਵੀ ਨਹੀਂ ਹੁੰਦਾ। ਆਸ ਨਹੀਂ ਉਪਜਦੀ, ਉਮੀਦ ਨਹੀਂ ਬੱਝਦੀ, ਤੇ ਜੋ ਦਿਸ ਰਿਹਾ ਹੈ ਵਿਨਾਸ਼ ਹੋਣ ਵਾਲਾ ਹੈ। ਭਗਤ ਸਤਿਗੁਰੂ ਅਵਿਨਾਸ਼ੀ ਦੀ ਸੂਝੀ ਕਰਵਾ ਰਹੇ ਹਨ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਵਿਨਾਸਾ। ਤੇ ਆਪਣੇ ਸਤਿਗੁਰੂ ਵਾਂਗ ਹੀ ਮਹੱਲਾ ਪਹਿਲਾ ਜੀ ਵੀ ਇਉਂ ਹੀ ਦੁਹਰਾ ਰਹੇ ਹਨ। ਅਦਿਸ਼ਟ ਦਿਸਤਾ ਕਿਹਾ ਜਾਏ, ਬਿਨ ਦੇਖੇ ਕਹਿਣਾ ਬਿਰਤਾ ਜਾਏ। ਜੰਮਣ ਮਰਨ ਠਾਕਰ ਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਨਾਨਕ ਜੀ ਆਪਣੇ ਪੂਰੇ ਗੁਰੂ ਦੇ ਅਰਥਾਏ ਇਹ ਸੂਝੀ ਕਰਵਾ ਰਹੇ ਹਨ। ਤੇ ਇਹ ਸਤਿਗੁਰੂ ਤੋਂ ਬਗੈਰ ਦਿਸਦਾ ਨਹੀਂ। ਅਦ੍ਰਿਸ਼ਟ ਇਹਨਾਂ ਅੱਖਾਂ ਨਾਲ ਦਿਸਣ ਵਾਲਾ ਪ੍ਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਜੇ ਅੱਖੀਂ ਦਿਸੇ ਤਾਂ ਹੀ ਉਸਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਉਸ ਦਾ ਨਾਮ ਲੈਣ ਨੂੰ ਚਿੱਤ ਕਰੇ। ਅੱਖੀਂ ਦੇਖਣ ਤੋਂ ਬਿਨਾਂ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ, ਤੇ ਤਾਂਘ ਨਾਲ ਉਸ ਦਾ ਨਾਮ ਨਹੀਂ ਲਿਆ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ। ਸਤਿਗੁਰ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕਦਾ ਹੈ, ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ, ਤੇ ਇਸ ਤਰ੍ਹਾਂ ਅੰਤਰ ਆਤਮੇ ਉਹ ਪ੍ਰਭੂ ਦਿਸ ਪੈਂਦਾ ਹੈ। ਸਤਿਗੁਰ ਦੇ ਸਨਮੁਖ ਮਨੁੱਖ ਦੀ ਸੁਰਤ ਸਤਿਗੁਰ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ, ਲਿਵ ਇੱਕ ਪਰਮਾਤਮਾ ਵਿੱਚ ਲੱਗਦੀ ਹੈ। ਸੋਝੀ ਕਰਵਾ ਰਹੇ ਹਨ ਸਾਹਿਬ ਸਤਿਗੁਰੂ ਰਵਿਦਾਸ ਜੀਓ। ਤੁਸੀਂ ਜਰਾ ਸੋਚੋ, ਜਿਵੇਂ ਹਨੇਰੇ ਕਮਰੇ ਵਿੱਚ ਛੋਟਾ ਜਿਹਾ ਇੱਕ ਛੇਕ ਹੋਵੇ ਛੱਪਰ ਵਿੱਚ, ਅਤੇ ਸੂਰਜ ਦੀ ਕਿਰਨ ਉਤਰਦੀ ਹੈ, ਉਹ ਆਵਰਤਨ ਹੈ, ਉਹ ਕਿਰਨ ਵੀ ਉੱਥੇ ਹੀ ਹੈ। ਹਨੇਰੇ ਨਾਲ ਭਰੇ ਕਮਰੇ ਵਿੱਚ ਜਿੱਥੇ ਹਨੇਰਾ ਹੈ, ਉੱਥੇ ਹੀ ਉਹ ਕਿਰਨ ਵੀ ਹੈ। ਦੋਹਾਂ ਦੇ ਹੋਣ ਦਾ ਉਪਰਾਲਾ ਇੱਕੋ ਜਿਹਾ ਹੀ ਹੈ, ਪਰ ਅੰਦਰੂਨੀ ਢੰਗ ਬਹੁਤ ਵੱਖਰਾ ਹੈ। ਕਿੱਥੇ ਹਨੇਰਾ, ਕਿੱਥੇ ਕਿਰਨ, ਬਿਲਕੁਲ ਉਲਟ। ਕਿਰਨ ਆਉਂਦੀ ਹੈ ਸੂਰਜ ਦੇ ਲੋਕ ਤੋਂ, ਉਹ ਆਵਰਤਨ ਹੈ। ਹਨੇਰਾ ਇਸ ਧਰਤੀ ਦਾ ਹੈ, ਉਹ ਕਿਤੋਂ ਵੀ ਨਹੀਂ ਆਉਂਦਾ, ਉਹ ਹਮੇਸ਼ਾ ਇੱਥੇ ਹੀ ਹੈ। ਕਿਰਨ ਆਉਂਦੀ ਹੈ ਤੇ ਉਸਨੂੰ ਤੋੜ ਦਿੰਦੀ ਹੈ, ਕਿਰਨ ਚਲੇ ਜਾਂਦੀ ਹੈ, ਫਿਰ ਉਹ ਆਪਣੀ ਥਾਂ ਲੈ ਲੈਂਦਾ ਹੈ। ਆਵਰਤਨ ਕਹਿੰਦੇ ਨੇ ਇਸ ਘਟਨਾ ਨੂੰ ਕਿ ਕੋਈ ਸਾਡੇ ਗੁਆਂਢ ਵਿੱਚ ਬੈਠਾ ਹੋਵੇ, ਫਿਰ ਵੀ ਸਾਡੇ ਕੋਲ ਨਾ ਹੋਵੇ। ਸੋ ਮਨ ਕੀ ਦੁਬਦਾ ਖਾਏ। ਜਿਸ ਨੂੰ ਗੁਰ ਪ੍ਰਾਪਤ ਹੋ ਗਿਆ, ਗਿਆਨ ਹੈ ਉਹ, ਗਿਆਨ ਸੱਚ ਹੈ ਜੋ ਦਿਸਦਾ ਹੈ। ਅਗਿਆਨ ਹਨੇਰ ਹੈ ਜੋ ਦਿਸਦਾ ਨਹੀਂ। ਜਿਸ ਨੇ ਪਰਮ ਸੱਚ ਜਾਣ ਲਿਆ ਉਹ ਸਤਿਗੁਰੂ ਹੈ। ਜਿਸ ਨੂੰ ਜਾਣਨ ਨੂੰ ਕੁਝ ਬਾਕੀ ਨਾ ਰਿਹਾ, ਜਿਸ ਦੇ ਹੋਣ ਵਿੱਚ ਅੰਤਮ ਘਟਨਾ ਵਾਪਰ ਗਈ, ਜੋ ਸਹਿਜ ਸਮਾਧ ਲਾ ਗਿਆ, ਜਿਸ ਦੇ ਲਈ ਪ੍ਰਮਾਤਮਾ ਪਰਦਰਸ਼ੀ ਹੋ ਗਿਆ, ਜਿਹੜਾ ਪ੍ਰਮਾਤਮਾ ਨਾਲ ਇੱਕਮਿਕ ਹੋ ਗਿਆ, ਜਿਸ ਵਿੱਚ ਆਤਮਾ ਪ੍ਰਮਾਤਮਾ ਵਿੱਚ ਰਤੀ ਫਰਕ ਨਾ ਰਿਹਾ। ਜਿਵੇਂ ਸਤਿਗੁਰ ਸੋਝੀ ਕਰਵਾਉਂਦੇ ਹਨ, ਤੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਰਮ ਅਭਿਆਸ ਰਾਹੀਂ ਐਸਾ ਹੋ ਹੀ ਜਾਂਦਾ ਹੈ। ਧਿਆਨ ਜਗਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ। ਕ੍ਰਿਤ ਕਾਰਨ ਦਦ ਮੱਥੇ ਸਿਆਣ, ਜੀਵਤ ਮੁਕਤ ਸਦਾ ਨਿਰਵਾਣ। ਉਹੀ ਸਤਿਗੁਰੂ ਹੈ, ਉਹੀ ਤਾਂ ਹੈ ਸਤਿਗੁਰੂ ਜਿਹੜਾ ਅੱਖ ਝਮਕਣ ਦੇ ਭਜਨ ਕਰਦੇ ਸਮੇਂ ਵਿੱਚ ਜੰਗਾਲੇ ਹੋਏ ਲੋਹੇ ਨੂੰ ਵੀ ਪਾਰਸ ਬਣਾ ਦੇਵੇ। ਭਜਨ ਜਿਸ ਦਾ ਅਰਥ ਹੁੰਦਾ ਹੈ ਕਿ ਪਾਰਸ ਪੱਥਰ ਨੂੰ ਜਰਾ ਜਿੰਨਾ ਵੀ ਭੇਦ ਨਹੀਂ ਹੁੰਦਾ ਕਿ ਜਿਸ ਲੋਹੇ ਨੂੰ ਉਹ ਪਾਰਸ ਬਣਾ ਰਿਹਾ ਹੈ, ਇਹ ਪੂਜਾ ਘਰ ਵਿੱਚ ਰੱਖਿਆ ਜਾਣ ਵਾਲਾ ਲੋਹਾ ਹੈ। ਜਾਂ ਕਸਾਈ ਦੇ ਘਰ ਪਸ਼ੂਆਂ ਦੀ ਹੱਤਿਆ ਜਿਸ ਨਾਲ ਕੀਤੀ ਜਾਂਦੀ ਹੈ, ਉਹ ਲੋਹਾ ਹੈ। ਪਾਰਸ ਤਾਂ ਦੋਹਾਂ ਨੂੰ ਹੀ ਸੋਨਾ ਬਣਾ ਦਿੰਦਾ ਹੈ। ਲੋਹਾ ਕਿਤੋਂ ਦਾ ਵੀ ਹੋਵੇ, ਲੋਹਾ ਇੰਗਲੈਂਡ ਦਾ ਹੋਵੇ, ਲੋਹਾ ਚੀਨ ਦਾ ਹੋਵੇ, ਲੋਹਾ ਅਮਰੀਕਾ ਦਾ ਹੋਵੇ,
ਲਾਹੌਰ ਪਾਕਿਸਤਾਨ